ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਮਾਜਿਕ ਵਿਗਿਆਨ ਵਿਸ਼ੇ ਦੇ ਬਾਰੇ ਵਿੱਚ, ਜਿਹੜਾ ਕਿ ਜਿਨ੍ਹਾਂ ਦਾ ਬੀਐਡ ਦੇ ਵਿੱਚ ਇਹ ਸਬਜੈਕਟ ਦਾ ਕੰਬੀਨੇਸ਼ਨ ਹੁੰਦਾ ਹੈ। SST ਪੰਜਾਬੀ ਹੋਏਗਾ ਜਾਂ SST ਇੰਗਲਿਸ਼ ਜਾਂ ਫਿਰ SST ਹਿੰਦੀ ਦੀ ਗੱਲ ਕਰ ਲਈਏ, ਉਹਨਾਂ ਲਈ ਜਿਹੜਾ ਇਹ ਸਬਜੈਕਟ ਹੈਗਾ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ। ਜਿਵੇਂ ਆਪਾਂ ਟੈਟ ਦੇ ਪੇਪਰ ਦੀ ਗੱਲ ਕਰੀਏ ਜਾਂ ਮਾਸਟਰ ਕੇਡਰ ਦੀ ਗੱਲ ਕਰੀਏ, ਤੇ ਇਹਦੇ ਵਿੱਚ ਜਿਹੜਾ ਅੱਜ ਆਪਾਂ ਪੜਾਂਗੇ ਸਮਾਜਿਕ ਵਿਗਿਆਨ ਜਿਹੜਾ ਵਿਸ਼ਾ ਹੈ, ਉਹ ਆਪਾਂ 6ਵੀਂ ਕਲਾਸ ਤੋਂ ਸਟਾਰਟ ਕਰਨ ਜਾ ਰਹੇ ਹਾਂ। ਤੇ ਆਪਾਂ ਹਰੇਕ ਕਲਾਸ ਦਾ, ਜਿਵੇਂ ਇਸ ਤੋਂ ਬਾਅਦ ਆਪਾਂ 7th ਕਲਾਸ ਕਵਰ ਕਰਾਂਗੇ, ਫਿਰ ਉਸ ਤੋਂ ਬਾਅਦ 8th 9th, ਇੱਦਾਂ ਕਰਕੇ ਆਪਾਂ ਸਾਰੀਆਂ ਕਲਾਸਿਸ ਨੂੰ ਕਵਰ ਕਰਾਂਗੇ ਜਿੰਨਾ ਆਪਾਂ ਨੂੰ ਚਾਹੀਦਾ ਹੈਗਾ ਮਟੀਰੀਅਲ। ਤੇ ਇਹਦੇ ਵਿੱਚ ਜਿਹੜਾ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਉਹ ਹੈਗਾ ਇਤਿਹਾਸ ਵਿਸ਼ੇ ਬਾਰੇ ਪੜਾਂਗੇ ਅੱਜ ਆਪਾਂ। ਤੇ ਇਹਦੇ ਵਿੱਚ ਜਿਹੜਾ ਪ੍ਰਾਚੀਨ ਇਤਿਹਾਸ ਦੀ ਗੱਲ ਕੀਤੀ ਗਈ ਹੈ, ਤੇ ਇਹਦੇ ਵਿੱਚ ਜਿਹੜਾ ਆਪਾਂ ਜਾਣਾਂਗੇ ਅੱਜ ਵੀ ਜਿਹੜਾ ਇਤਿਹਾਸ ਹੈ ਕੀ। ਇਹਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਇਤਿਹਾਸ ਆ ਉਹ ਅਤੀਤ ਦੀਆਂ ਘਟਨਾਵਾਂ ਦਾ ਵੇਰਵਾ ਹੈ। ਅਤੀਤ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 3 ਕਾਲ ਹੁੰਦੇ ਨੇ: ਭੂਤਕਾਲ, ਭਵਿੱਖ ਕਾਲ ਤੇ ਵਰਤਮਾਨ ਕਾਲ। ਭੂਤਕਾਲ ਜਿਹੜਾ ਬੀਤ ਚੁੱਕਿਆ ਹੁੰਦਾ ਹੈ, ਭਵਿੱਖ ਕਾਲ ਜਿਹੜਾ ਆਉਣ ਵਾਲਾ ਹੈ, ਤੇ ਵਰਤਮਾਨ ਕਾਲ ਜਿਹੜਾ ਚੱਲ ਰਿਹਾ ਹੈ। ਜਿਹੜੀਆਂ ਪੁਰਾਣੇ ਸਮੇਂ ਜਿਹੜੀਆਂ ਭੂਤਕਾਲ 'ਚ ਜਿਹੜੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਉਹਨਾਂ ਨੂੰ ਇਤਿਹਾਸ ਬੋਲਿਆ ਗਿਆ ਹੈ। ਤੇ ਜਿਹੜਾ ਪਰਸਨ ਇਹਦੀ ਰਚਨਾ ਕਰਦਾ ਹੈ, ਜੋ ਮਤਲਬ ਲੋਕ ਇਹਨੂੰ ਲਿਖਦੇ ਨੇ, ਉਹਨਾਂ ਨੂੰ ਇਤਿਹਾਸਕਾਰ ਬੋਲਿਆ ਜਾਂਦਾ ਹੈ। ਤੇ ਪਹਿਲੇ ਇਤਿਹਾਸਕਾਰ ਜਿਹੜੇ ਹੋਏ ਨੇ ਉਹਨਾਂ ਦਾ ਨਾਮ ਹੈਗਾ ਹੈਰੋਡੋਟਸ। ਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਤਿਹਾਸ ਲਿਖਿਆ ਸੀ, ਇਸ ਕਰਕੇ ਉਹਨਾਂ ਨੂੰ ਇਤਿਹਾਸ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਤੇ ਜਿਹੜਾ ਇਤਿਹਾਸ ਸ਼ਬਦ ਹੈਗਾ ਇਹ ਲਿਆ ਗਿਆ ਯੂਨਾਨੀ ਭਾਸ਼ਾ ਦੇ ਸ਼ਬਦ ਹੈ ਹਿਸਟੋਰੀਆ ਤੋਂ। ਤੇ ਇਹਦਾ ਜਿਹੜਾ ਮੀਨਿੰਗ ਹੈਗਾ ਭੂਤਕਾਲ ਦਾ ਗਿਆਨ। ਇਹਦੇ ਵਿੱਚ ਸਿਰਫ ਇਹ ਨਹੀਂ ਦੱਸਿਆ ਜਾਂਦਾ ਇਤਿਹਾਸ ਦੇ ਵਿੱਚ ਕਿ ਇਹਦੇ ਵਿੱਚ ਸਿਰਫ ਇਹ ਨਹੀਂ ਦੱਸਿਆ ਜਾਂਦਾ ਕਿ ਘਟਨਾਵਾਂ ਵਾਪਰੀਆਂ, ਨਾਲ ਦੀ ਨਾਲ ਉਹਨਾਂ ਦੇ ਵਿੱਚ ਇਹਦੇ ਵਿੱਚ ਉਹਨਾਂ ਦੇ ਵਾਪਰਨ ਦੇ ਕਾਰਨਾਂ ਬਾਰੇ ਵੀ ਐਕਸਪਲੇਨ ਕੀਤਾ ਜਾਂਦਾ ਹੈ। ਇਕੱਲੀਆਂ ਇਹ ਨਹੀਂ ਦੱਸਿਆ ਜਾਂਦਾ ਕਿ ਘਟਨਾਵਾਂ ਨੂੰ ਹੀ ਇਤਿਹਾਸ ਕਿਹਾ ਜਾਂਦਾ। ਠੀਕ ਹੈ, ਇਹਦੇ ਵਿੱਚ ਇਹਨਾਂ ਨੇ ਇੱਕ ਡੈਫੀਨੇਸ਼ਨ ਲਈ ਹੈ, ਉਹ ਵੀ ਆਪਾਂ ਦੇਖਦੇ ਹਾਂ। ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਇਤਿਹਾਸ ਆ ਚੰਗੇ ਭਵਿੱਖ ਲਈ ਅਤੀਤ ਦਾ ਅਧਿਐਨ ਹੈਗਾ ਹੈ। ਇੱਥੇ ਇਹਨਾਂ ਨੇ ਗੱਲ ਕੀਤੀ ਹੈ, ਆਪਾਂ ਦੇਖਦੇ ਹਾਂ ਵੀ ਇਤਿਹਾਸ ਚੰਗੇ ਭਵਿੱਖ ਲਈ ਅਤੀਤ ਦਾ ਅਧਿਐਨ ਹੈ। ਜਿਵੇਂ ਆਪਾਂ ਗੱਲ ਕਰ ਲਈਏ, ਇੱਥੇ ਆਪਾਂ ਉਦਾਹਰਨ ਲੈ ਕੇ ਚੱਲ ਸਕਦੇ ਹਾਂ ਵੀ ਆਪਾਂ ਮੰਨ ਕੇ ਚੱਲਦੇ ਹਾਂ ਹੁਣ ਜਿਵੇਂ ਆਪਾਂ 6th ਕਲਾਸ 'ਚ ਹਾਂ, ਜਿਵੇਂ ਕਿ ਇਹਨਾਂ ਨੇ ਉੱਪਰ ਇੱਥੇ ਦਿੱਤਾ ਹੋਇਆ ਹੈ, ਆਪਾਂ 6th ਕਲਾਸ 'ਚ ਹੈਗੇ ਹਾਂ। ਆਪਾਂ ਦੇਖਣਾ ਹੈ ਕਿ ਆਪਾਂ ਜਿਹੜੀਆਂ ਪਿਛਲੀਆਂ ਕਲਾਸਿਸ 'ਚ ਆਪਣੇ ਮਾਰਕਸ ਵਗੈਰਾ ਘੱਟ ਆਏ ਨੇ, ਉਹ ਕਿਉਂ ਆਏ ਨੇ। ਆਪਾਂ ਉਹਨਾਂ ਨੂੰ ਆਪਾਂ ਉਹਨਾਂ ਦੇ ਬਾਰੇ ਜਾਣਾਂਗੇ ਪਹਿਲਾਂ, ਫਿਰ ਆਪਾਂ ਜਿਹੜੀਆਂ ਆਪਾਂ ਉੱਥੇ ਗਲਤੀਆਂ ਕਰ ਚੁੱਕੇ ਹਾਂ ਆਪਾਂ ਨੈਕਸਟ ਕਲਾਸ 'ਚ ਨਹੀਂ ਕਰਾਂਗੇ। ਮਤਲਬ ਆਪਾਂ ਹੁਣ ਇਸ ਟਾਈਮ 'ਤੇ 6th ਕਲਾਸ 'ਚ ਹਾਂ, ਅਤੇ ਆਪਾਂ ਇਸ ਟਾਈਮ ਉਹ ਗਲਤੀਆਂ ਨਹੀਂ ਕਰਨੀਆਂ। ਠੀਕ ਹੈ, ਇਹਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ। ਇਤਿਹਾਸ ਜਿਹੜਾ ਹੈ ਉਹ 2 ਤਰ੍ਹਾਂ ਦਾ ਇਹਨਾਂ ਨੇ ਗੱਲ ਕੀਤੀ ਆ ਵੀ ਇਤਿਹਾਸ ਜਿਹੜਾ ਹੈ 2 ਤਰ੍ਹਾਂ ਦਾ ਹੁੰਦਾ ਹੈ: ਪੂਰਵ ਇਤਿਹਾਸ ਤੇ ਇਤਿਹਾਸ। ਪੂਰਵ ਇਤਿਹਾਸ ਤੋਂ ਭਾਵ ਇਹ ਹੈ ਕਿ ਜਿਹੜਾ ਇਤਿਹਾਸ ਜਿਹਦਾ ਕੋਈ ਲਿਖਤੀ ਵੇਰਵਾ ਨਹੀਂ ਮਿਲਦਾ ਉਹਨੂੰ ਬੋਲਦੇ ਆ ਪੂਰਵ ਇਤਿਹਾਸ। ਜਿਵੇਂ ਇਤਿਹਾਸ ਜਿਹੜਾ ਹੈ ਉਹ ਲਿਖਿਆ ਹੋਇਆ ਹੁੰਦਾ, ਇਤਿਹਾਸ ਜਿਹੜਾ ਨਹੀਂ ਲਿਖਿਆ ਗਿਆ ਉਹਨੂੰ, ਜਿਸ ਟਾਈਮ ਤੇ ਨਹੀਂ ਲਿਖਿਆ ਗਿਆ ਉਸ ਟਾਈਮ ਨੂੰ ਆਪਾਂ ਪੂਰਵ ਇਤਿਹਾਸ ਦਾ ਟਾਈਮ ਬੋਲਦੇ ਹਾਂ। ਇਹਦੇ ਵਿੱਚ ਇੱਕ ਇਤਿਹਾਸ ਨੂੰ ਇਹਨਾਂ ਨੇ ਮੇਨਲੀ 2 ਭਾਗਾਂ 'ਚ ਵੰਡਿਆ ਹੈ, ਪਰ ਇਹ ਆਪਾਂ ਜਦੋਂ ਅੱਗੇ ਚੱਲ ਕੇ ਪੜ੍ਹਦੇ ਹਾਂ ਇੱਥੇ ਗੱਲ ਕੀਤੀ ਜਾਂਦੀ ਹੈ 3 ਤਰ੍ਹਾਂ ਦੇ ਇਤਿਹਾਸ ਦੀ। ਇਹਨਾਂ ਨੂੰ ਪ੍ਰੀ ਹਿਸਟਰੀ ਬੋਲਿਆ ਜਾਂਦਾ, ਇਹਨਾਂ ਨੂੰ ਹਿਸਟਰੀ ਬੋਲਿਆ ਜਾਂਦਾ। ਇਹਦੇ ਸੈਂਟਰ 'ਚ ਆਉਂਦਾ ਹੈ ਪ੍ਰੋਟੋ ਹਿਸਟਰੀ। ਅਤੇ ਪ੍ਰੋਟੋ ਹਿਸਟਰੀ 'ਚ ਹੁੰਦਾ ਹੈ ਕਿ ਮਤਲਬ ਇਤਿਹਾਸ ਲਿਖਿਆ ਤਾਂ ਗਿਆ ਹੈ ਪਰ ਉਹਨੂੰ ਹਜੇ ਤੱਕ ਪੜ੍ਹਿਆ ਨਹੀਂ ਗਿਆ। ਜਿਵੇਂ ਆਪਾਂ ਉਦਾਹਰਨ ਦੇ ਤੌਰ 'ਤੇ ਸਿੰਧੂ ਘਾਟੀ ਦੀ ਸੱਭਿਅਤਾ ਦੇ ਜਿਹੜੀ ਲਿਪੀ ਆ ਉਹਦੇ ਬਾਰੇ ਪਤਾ ਤਾਂ ਲੱਗ ਗਿਆ ਹੈ ਕਿ ਉਹ ਮਤਲਬ ਲਿਖਿਆ ਗਿਆ ਹੈ ਇਤਿਹਾਸ, ਆਪਾਂ ਇਹ ਕਹਿ ਸਕਦੇ ਹਾਂ, ਪਰ ਉਹਨੂੰ ਮਤਲਬ ਉਹਦੀ ਆਪਾਂ ਨੂੰ ਚੰਗੀ ਤਰ੍ਹਾਂ ਉਹਨੂੰ ਆਪਾਂ ਪੜ੍ਹ ਨਹੀਂ ਪਾ ਰਹੇ ਹਜੇ ਤੱਕ। ਕੋਈ ਵੀ ਮਤਲਬ ਜਿੰਨੇ ਵੀ ਪੁਰਾਤਤਵ ਇਤਿਹਾਸਕਾਰ ਜਾਂ ਪੁਰਾਤਤਵਿਤਾ ਹੋਏ ਨੇ ਉਹਨਾਂ ਨੂੰ ਵੀ ਉਹਨਾਂ ਦੀ ਜਿਹੜੀ ਲੈਂਗੁਏਜ ਆ ਉਹ ਸਮਝ ਨਹੀਂ ਆਈ ਹਾਲੇ ਤੱਕ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ ਇਤਿਹਾਸ ਦੇ ਬਾਰੇ ਵਿੱਚ। ਇਤਿਹਾਸ ਕੀ ਆ? ਜਿਹੜਾ ਲਿਖਿਆ ਜਾ ਚੁੱਕਿਆ ਹੈ ਪਲੱਸ ਜਿਹਨੂੰ ਪੜ੍ਹਿਆ ਵੀ ਜਾ ਸਕਦਾ ਹੈ, ਉਹ ਹੈਗਾ ਹੈ ਇਤਿਹਾਸ। ਇਤਿਹਾਸ ਜਿਹੜਾ ਲਿਖਿਆ ਗਿਆ ਹੈ ਉਹਦੇ ਤੋਂ ਉਸ ਜਿਹੜੇ ਟਾਈਮ ਬਾਰੇ ਲਿਖਿਆ ਗਿਆ ਹੈ ਉਹਦੀਆਂ ਜਿਹੜੀਆਂ ਡੇਟਸ ਹੁੰਦੀਆਂ ਨੇ, ਮਿਤੀਆਂ ਨੇ, ਲੋਕਾਂ ਦੇ ਨਾਮ, ਮਤਲਬ ਲੋਕਾਂ ਦੇ ਨਾਮਾਂ ਤੋਂ ਭਾਵ ਹੈਗਾ ਜਿਵੇਂ ਜਿਹੜਾ ਪਹਿਲੇ ਟਾਈਮ 'ਤੇ ਇਤਿਹਾਸ ਲਿਖਿਆ ਜਾਂਦਾ ਸੀ ਉਹ ਮੇਨਲੀ ਰਾਜਾ ਮਹਾਰਾਜਾ ਦਾ ਇਤਿਹਾਸ ਹੁੰਦਾ ਸੀ। ਉਹਦੇ ਵਿੱਚ ਲੋਕਾਂ ਤੋਂ ਭਾਵ ਜਿਹੜੇ ਉਸ ਟਾਈਮ ਦੇ ਰਾਜਿਆਂ ਤੋਂ, ਮੇਨਲੀ ਤਾਂ ਰਾਜਿਆਂ ਤੋਂ ਹੀ ਕਹਿ ਸਕਦੇ ਆਪਾਂ, ਹੋ ਸਕਦਾ ਉੱਥੋਂ ਦੇ ਲੋਕਾਂ ਦਾ ਵੀ ਥੋੜ੍ਹਾ ਬਹੁਤਾ ਹੋਵੇ, ਪਰ ਮੇਨਲੀ ਜਿਹੜਾ ਰਾਜਿਆਂ ਦੇ ਬਾਰੇ 'ਚ ਹੀ ਹੁੰਦਾ ਹੈ। ਸਥਾਨਾਂ ਤੋਂ ਭਾਵ ਜਿਵੇਂ ਆਪਾਂ ਕਹਿ ਸਕਦੇ ਹਾਂ
ਆਪਾਂ ਮਗਧ ਦੀ ਗੱਲ ਕਰ ਸਕਦੇ ਹਾਂ। ਠੀਕ ਹੈ। ਜਿਹੜਾ ਇਤਿਹਾਸ ਹੈ ਉਹਦੇ ਵਿੱਚ ਮੇਨਲੀ ਆਪਾਂ ਜੇ ਆਪਾਂ ਸਥਾਨ ਦੀ ਗੱਲ ਕਰੀਏ ਤਾਂ ਮਗਧ ਨੂੰ ਲੈ ਕੇ ਚੱਲਦੇ ਹਾਂ। ਅਤੇ ਮਗਧ ਦੇ ਜਿੰਨੇ ਵੀ ਰਾਜੇ ਹੋਏ ਨੇ, ਜਿਵੇਂ ਆਪਾਂ ਬਿੰਬੀਸਾਰ ਦੀ ਗੱਲ ਕਰ ਸਕਦੇ ਹਾਂ, ਅਜਾਤ ਸ਼ਤਰੂ ਦੀ ਗੱਲ ਕਰ ਸਕਦੇ ਹਾਂ। ਉਸ ਤੋਂ ਬਾਅਦ ਜਿੰਨੇ ਵੀ ਹੋਏ ਨੇ ਉਸ ਟਾਈਮ 'ਤੇ, ਜਿਵੇਂ ਉਸੇ ਟਾਈਮ 'ਤੇ ਉਹਨਾਂ ਦੇ ਸਮਕਾਲੀਨ ਸੀਗੇ ਮਹਾਤਮਾ ਬੁੱਧ, ਉਹਨਾਂ ਦੀ ਵੀ ਗੱਲ ਕਰ ਸਕਦੇ ਹਾਂ। ਉਹਨਾਂ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਹੈ। ਇਹ ਆਪਾਂ ਸਿਰਫ ਉਦਾਹਰਨ ਲਈ ਹੈ, ਇੱਥੇ ਇਹਨਾਂ ਦਾ ਉਹਨਾਂ ਦੇ ਨਾਮ ਨਹੀਂ ਲਏ। ਠੀਕ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜਾ ਸ਼ੁਰੂ ਵਿੱਚ ਮਨੁੱਖ ਹੈ ਜਿਹੜਾ ਉਹ ਗੁਫਾਵਾਂ ਵਿੱਚ ਰਹਿੰਦਾ ਸੀ ਜਾਨਵਰਾਂ ਦੀ ਤਰ੍ਹਾਂ। ਅਤੇ ਇਸ ਤੋਂ ਬਾਅਦ ਜਿਹੜਾ ਆਪਾਂ ਪ੍ਰਾਚੀਨ ਇਤਿਹਾਸ 'ਚ ਇਹਨਾਂ ਨੇ ਇਹ ਗੱਲ ਕੀਤੀ ਜਿਹੜਾ ਮਨੁੱਖ ਕਿੱਥੇ ਰਹਿੰਦਾ ਸੀ, ਅਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਮਨੁੱਖ ਹੈ ਉਸ ਟਾਈਮ 'ਤੇ ਗੁਫਾਵਾਂ 'ਚ ਰਹਿੰਦਾ ਸੀ। ਹਾਂ, ਪ੍ਰਾਚੀਨ ਟਾਈਮ 'ਤੇ ਉਹ ਲੋਕਾਂ ਕੋਲੇ ਘਰ ਨਹੀਂ ਹੁੰਦੇ ਸੀ, ਉਹ ਮਤਲਬ ਜੰਗਲਾਂ ਵਿੱਚ ਰਹਿੰਦੇ ਸੀ, ਗੁਫਾਵਾਂ 'ਚ ਰਹਿੰਦੇ ਸੀ। ਦਰਖਤਾਂ ਦਾ ਮਤਲਬ ਜਿੰਨਾ ਵੀ ਆਪਾਂ ਕਹਿ ਸਕਦੇ ਹਾਂ ਛਾਲ ਨੂੰ ਕੱਪੜਿਆਂ ਤੌਰ 'ਤੇ ਯੂਜ਼ ਕਰਦੇ ਰਹੇ ਨੇ ਉਹ। ਖੇਤੀਬਾੜੀ ਹਾਂ, ਆਪਾਂ ਪੱਥਰ ਯੁੱਗ ਦੀ ਗੱਲ ਕਰਾਂਗੇ ਤਾਂ ਉੱਥੇ ਉਸ ਟਾਈਮ 'ਤੇ ਖੇਤੀਬਾੜੀ ਦਾ ਕੋਈ ਇੰਨਾ ਨਹੀਂ ਸੀਗਾ। ਹੌਲੀ ਹੌਲੀ ਜਿਵੇਂ ਨਵ ਪਛਾਣ 'ਚ ਆ ਗਿਆ, ਜਾਂ ਮਤਲਬ ਇਸ ਟਾਈਮ 'ਤੇ ਜਦੋਂ ਇਤਿਹਾਸ ਲਿਖਿਆ ਗਿਆ ਉਸ ਟਾਈਮ 'ਤੇ ਤਾਂ ਹਾਂ ਸੀਗਾ ਹੀ ਉਹਨਾਂ ਕੋਲੇ, ਮਤਲਬ ਉਹਨਾਂ ਨੂੰ ਆਵਾਜਾਈ ਦੇ ਸਾਧਨਾਂ ਦਾ ਵੀ ਪਤਾ ਸੀ, ਜਿਵੇਂ ਪਹੀਏ ਦੀ ਖੋਜ ਪਹਿਲਾਂ ਹੀ ਹੋ ਚੁੱਕੀ ਸੀਗੀ। ਠੀਕ ਹੈ। ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਉਹਨਾਂ ਨੇ ਅੱਗ ਬਾਲਣਾ ਸਿੱਖ ਲਿਆ ਸੀ, ਭੋਜਨ ਪਕਾਉਣਾ, ਅੱਗ ਬਾਲਣੀ ਪਹਿਲਾਂ ਉਹਨਾਂ ਨੇ ਅੱਗ ਬਾਲਣੀ ਸਿੱਖੀ ਹੈ, ਅਤੇ ਉਸ ਦੌਰਾਨ ਵੀ ਉਹ ਮਤਲਬ ਭੋਜਨ ਨੂੰ ਕੱਚਾ ਹੀ ਖਾਂਦੇ ਸੀ, ਪਰ ਬਾਅਦ 'ਚ ਉਹਨਾਂ ਨੇ ਪਕਾ ਕੇ ਖਾਣਾ ਵੀ ਸ਼ੁਰੂ ਕਰ ਦਿੱਤਾ। ਖੇਤੀ ਕਰਕੇ ਅੰਨ ਪੈਦਾ ਕੀਤਾ ਜਾਂਦਾ ਸੀ। ਹਾਂ, ਜਿਵੇਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜਾ ਮੇਹਰਗੜ੍ਹ ਪਾਕਿਸਤਾਨ ਵਿੱਚ ਹੋਇਆ, ਉੱਥੇ ਕਪਾਹ ਦੀ ਫਸਲ ਪੈਦਾ ਕੀਤੀ ਗਈ ਸੀਗੀ। ਅੰਨ ਵੀ ਉਹਨਾਂ ਨੇ ਜੌਂ ਅਤੇ ਮਤਲਬ ਚਾਵਲ ਸਭ ਤੋਂ ਪਹਿਲਾਂ ਉਗਾਏ ਗਏ ਨੇ, ਉਹਨਾਂ ਬਾਰੇ ਵੀ ਪਤਾ ਚੱਲਦਾ ਹੈ। ਹਾਂ, ਇਹਦੀ ਇਹਨਾਂ ਨੇ ਪਹਿਲਾਂ ਇਹ ਗੱਲ ਕੀਤੀ ਆ ਵੀ ਮਾਸ ਨੂੰ ਕੱਚਾ ਖਾਂਦਾ ਸੀ। ਹੌਲੀ ਹੌਲੀ ਉਹਨੇ ਘਰ ਬਣਾਉਣਾ, ਖੇਤੀ ਕਰਕੇ ਅੰਨ ਪੈਦਾ ਕਰਨਾ, ਅੱਗ ਬਾਲਣਾ, ਭੋਜਨ ਪਕਾਉਣਾ, ਆਵਾਜਾਈ ਦੇ ਸਾਧਨਾਂ ਦਾ ਪ੍ਰਯੋਗ ਕਰਨਾ, ਸਾਰੀਆਂ ਚੀਜ਼ਾਂ ਮਤਲਬ ਉਹਨਾਂ ਨੇ ਡਿਵੈਲਪ ਕਰ ਲਈਆਂ ਸੀ ਹੌਲੀ ਹੌਲੀ। ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਤਿਹਾਸ ਦੇ ਸਰੋਤਾਂ ਦੀ। ਦੇਖ ਰਹੇ ਜੀ ਵਧੀਆ ਵਿੱਚ ਇਤਿਹਾਸ ਦੇ ਸਰੋਤ ਜਿਹੜੇ ਨੇ ਉਹਨਾਂ ਵਿੱਚ ਆਉਂਦੀਆਂ ਨੇ ਪੁਸਤਕਾਂ, ਸਾਹਿਤਕ ਸਰੋਤ ਹੋ ਜਾਂਦੇ ਨੇ ਇਹਦੇ ਵਿੱਚ ਮੇਨ ਪ੍ਰਾਚੀਨ ਖੰਡਰ ਹੋ ਗਏ, ਜਿਨ੍ਹਾਂ ਨੂੰ ਆਪਾਂ ਮਤਲਬ ਕੀ ਬੋਲ ਸਕਦੇ ਹਾਂ, ਇਹਨਾਂ ਨੂੰ ਬੋਲਦੇ ਨੇ, ਹਾਂ ਸਮਾਰਕ ਵਗੈਰਾ ਬੋਲੇ ਨੇ, ਸੌਰੀ। ਉਸ ਤੋਂ ਬਾਅਦ ਵਸਤਾਂ ਜਿਹੜੀਆਂ ਨੇ ਉਹ ਵੀ ਆ ਜਾਂਦੀਆਂ ਨੇ। ਇਹਨਾਂ ਵਿੱਚ ਪੁਰਾਤੱਤਵ, ਇਹ ਸਾਰਿਆਂ ਨੂੰ ਕੁੱਲ ਮਿਲਾ ਕੇ ਪੁਰਾਤੱਤਵ ਸਰੋਤ ਬੋਲਿਆ ਜਾਂਦਾ। ਪਹਿਲਾਂ ਇਹਨਾਂ 'ਚ ਸਾਹਿਤਕ ਸਰੋਤ ਜਿਹੜੇ ਨੇ ਉਹਨਾਂ ਦੀ ਆਪਾਂ ਗੱਲ ਕਰਾਂਗੇ। ਇਹਦੇ ਵਿੱਚ ਇਹਨਾਂ ਨੇ ਵੇਦਾਂ ਦੀ ਗੱਲ ਕੀਤੀ ਹੈ। ਵੇਦ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਜਿਹੜੇ ਵੇਦ ਨੇ ਉਹ 4 ਨੇ। ਸਭ ਤੋਂ ਪਹਿਲਾ ਵੇਦ ਹੋਇਆ ਰਿਗਵੇਦ। ਉਸ ਤੋਂ ਬਾਅਦ ਸਾਮਵੇਦ, ਅਥਰਵਵੇਦ, ਯਜੁਰਵੇਦ, ਇਹ 3 ਵੇਦ ਬਾਅਦ 'ਚ ਆਏ ਨੇ। ਪਹਿਲਾਂ ਜਿਹੜਾ ਇਹ ਰਿਗਵੇਦ ਆਇਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬ੍ਰਹਮਣ ਗ੍ਰੰਥ। ਬ੍ਰਹਮਣ ਗ੍ਰੰਥ ਵੇਦਾਂ ਨੂੰ ਈਜ਼ੀਲੀ ਆਪਾਂ ਪੜ੍ਹ ਸਕੀਏ ਉਹਦੇ ਲਈ ਬ੍ਰਹਮਣ ਗ੍ਰੰਥ ਜਿਹੜੇ ਨੇ ਉਹਨਾਂ ਦੀ ਰਚਨਾ ਕੀਤੀ ਗਈ। ਫਿਰ ਜਿਹੜੇ ਲੋਕ ਸੰਨਿਆਸੀ ਵਗੈਰਾ ਹੁੰਦੇ ਸੀ ਉਹਨਾਂ ਨੂੰ ਮਤਲਬ ਜਿਨ੍ਹਾਂ ਨੇ ਜੰਗਲਾਂ 'ਚ ਰਹਿਣਾ ਹੁੰਦਾ ਸੀ ਉਹਨਾਂ ਲਈ ਅਰਣਯਕ ਦੀ ਰਚਨਾ ਕੀਤੀ ਗਈ। ਉਸ ਤੋਂ ਬਾਅਦ ਇਹਨਾਂ ਨੂੰ ਹੋਰ ਮਤਲਬ ਚੰਗੀ ਤਰ੍ਹਾਂ ਐਕਸਪਲੇਨ ਕਰਨ ਲਈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਟਾਈਮ ਅੱਗੇ ਆਉਂਦਾ ਜਾਂਦਾ ਹੈ ਅਤੇ ਜਿਹੜੀ ਉਹ ਲੈਂਗੁਏਜ ਜਿਹੜੀ ਆ, ਜਿਵੇਂ ਅੱਜ ਰਚਨਾ ਕੀਤੀ ਗਈ ਕਿਸੇ ਚੀਜ਼ ਦੀ, ਹੋ ਸਕਦਾ ਅੱਗੇ ਮਤਲਬ 100 ਸਾਲ ਬਾਅਦ ਇਹੀ ਆਪਣੀ ਜਿਹੜੀ ਭਾਸ਼ਾ ਹੈਗੀ ਉਹ ਸਾਹਮਣੇ ਵਾਲਾ ਜਿਹੜਾ ਉਸ ਟਾਈਮ ਦੇ ਲੋਕ ਹੋਣਗੇ ਉਹਨਾਂ ਨੂੰ ਪੜ੍ਹਨ 'ਚ ਥੋੜ੍ਹੀ ਜਿਹੀ ਮੁਸ਼ਕਿਲ ਆਵੇ। ਤਾਂ ਉਹਨਾਂ ਨੇ ਆਪਣੀ ਮਤਲਬ ਬ੍ਰਹਮਣ ਗ੍ਰੰਥ ਵੇਦਾਂ ਨੂੰ ਈਜ਼ੀਲੀ ਪੜ੍ਹਨ ਲਈ ਲਿਖੇ ਗਏ ਸੀਗੇ ਜਿਹੜੇ ਟਾਈਮ 'ਤੇ। ਉਦੋਂ ਅੱਗੇ ਚੱਲ ਕੇ ਉਹਨਾਂ ਨੂੰ ਈਜ਼ੀਲੀ ਕਰਨ ਲਈ, ਮਤਲਬ ਐਕਸਪਲੇਨ ਕਰਨ ਲਈ, ਜਾਂ ਈਜ਼ੀਲੀ ਆਪਾਂ ਕਹਿੰਦੇ ਸਮਝਣ ਲਈ ਸੌਖੇ ਤਰੀਕੇ ਨਾਲ ਉਹਨਾਂ ਨੇ ਉਪਨਿਸ਼ਦਾਂ ਦੀ ਰਚਨਾ ਕੀਤੀ। ਉਸ ਤੋਂ ਬਾਅਦ ਸੂਤਰ ਆਏ। ਇਹਨਾਂ ਨੂੰ ਮਤਲਬ ਇਸ ਤੋਂ ਬਾਅਦ ਸੂਤਰ ਵੀ ਹੈਗੇ ਨੇ। ਇਹ ਮੇਨਲੀ 3 ਨੇ, ਗ੍ਰਹਿ ਸੂਤਰ, ਧਰਮ ਸੂਤਰ, ਇੱਕ ਹੋਰ ਹੈ ਮੈਨੂੰ ਇਸ ਟਾਈਮ ਉਹਦਾ ਨਾਮ ਨਹੀਂ ਯਾਦ ਆ ਰਿਹਾ। ਫਿਰ ਉਸ ਤੋਂ ਬਾਅਦ ਹੈਗੇ ਨੇ ਮਹਾਂਕਾਵ। ਮਹਾਂਕਾਵ 'ਚ ਰਾਮਾਇਣ ਆ ਜਾਂਦਾ, ਮਹਾਂਭਾਰਤ ਆ ਜਾਂਦਾ ਹੈ। ਇਸ ਤੋਂ ਬਾਅਦ ਪੁਰਾਣ ਨੇ। ਪੁਰਾਣਾਂ ਦੀ ਗਿਣਤੀ ਜਿਹੜੀ ਉਹ 18 ਹੈ, ਅਤੇ ਇਹ ਜਿਹੜੇ ਸਾਹਿਤਕ ਸਰੋਤ ਨੇ। ਉਸ ਤੋਂ ਬਾਅਦ ਬੋਧੀਆਂ ਅਤੇ ਜੈਨੀਆਂ ਨੇ ਵੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਜਿਵੇਂ ਕਿ ਬੋਧੀਆਂ ਜਿਹੜੇ ਬੋਧੀਜ਼ਮ ਵਾਲੇ ਨੇ, ਜਿਵੇਂ ਮਹਾਤਮਾ ਬੁੱਧ ਨੂੰ ਜਿਹੜੇ ਮੰਨਦੇ ਨੇ, ਉਹਨਾਂ ਨੇ ਜਦੋਂ ਪਹਿਲੀ ਸਭਾ ਹੋਈ ਸੀਗੀ ਉਹਨਾਂ ਦੀ ਮਹਾਸਭਾ ਬੋਲਦੇ ਉਹਨੂੰ, ਜਿਹੜੀ ਹੋਈ ਸੀ ਉਹਦੇ ਵਿੱਚ ਜਿਹੜੇ ਬੁੱਧੀਜ਼ਮ ਵਾਲੇ ਸੀਗੇ, ਮਹਾਤਮਾ ਬੁੱਧ ਦੇ ਐਕਸਪਾਇਰ ਹੋਣ ਤੋਂ ਬਾਅਦ, ਉਹਨਾਂ ਨੂੰ ਮਹਾਪਰਿਨਿਰਵਾਣ ਪ੍ਰਾਪਤ ਹੋਣ ਤੋਂ ਬਾਅਦ ਬੁੱਧੀਜ਼ਮ ਵਾਲਿਆਂ ਨੇ ਮਤਲਬ ਇੱਕ ਸਭਾ ਕੀਤੀ ਸੀ। ਉਹਦੇ ਵਿੱਚ ਉਹਨਾਂ ਨੇ 2 ਗ੍ਰੰਥ ਲਿਖੇ ਸੀ, ਸੁੱਤ ਪਿਟਕ ਅਤੇ ਵਿਨੇ ਪਿਟਕ। ਇਹਦੇ ਵਿੱਚ ਇੱਕ 'ਚ
ਮਤਲਬ ਜਿਹੜੇ ਭਿਕਸ਼ੂਆਂ ਦੇ ਜਿਹੜੇ ਨਾਲ ਰਿਲੇਟਡ ਨੇ, ਉਹਨਾਂ ਦੀ ਲਾਈਫ ਨਾਲ ਰਿਲੇਟਡ ਜੋ ਰੂਲਸ ਬਣਾਏ ਗਏ ਸੀ, ਨਿਯਮ ਬਣਾਏ ਗਏ ਸੀ, ਉਹਨਾਂ ਦਾ ਵਰਣਨ ਕੀਤਾ ਗਿਆ। ਇੱਕ ਵਿੱਚ ਮਹਾਤਮਾ ਬੁੱਧ ਬਾਰੇ, ਉਹਨਾਂ ਦੀ ਬਾਰੇ ਦੱਸਿਆ ਗਿਆ ਹੈ। ਉਸ ਤੋਂ ਬਾਅਦ ਉਹਨਾਂ ਦੀਆਂ ਜਾਤਕ ਕਥਾਵਾਂ ਵੀ ਹੈਗੀਆਂ ਨੇ। ਇਹਦੇ ਜੈਨਿਜ਼ਮ ਵਿੱਚ ਵੀ ਮਤਲਬ ਜਿਨ੍ਹਾਂ ਉਹਨਾਂ ਨੇ ਗ੍ਰੰਥਾਂ ਦੀ ਰਚਨਾ ਕੀਤੀ ਹੈ, ਇਹਦੇ ਵਿੱਚ ਥੇਰੀਗਾਥਾ ਵਗੈਰਾ ਆ ਜਾਂਦੇ ਨੇ। ਮੈਨੂੰ ਹੁਣ ਹੋਰ ਨਾਮ ਨਹੀਂ ਯਾਦ ਆ ਰਹੇ ਇਸ ਟਾਈਮ। ਇਹਨੇ ਵੀ ਬਹੁਤ ਸਾਰੀਆਂ ਜਿਹੜੀਆਂ ਪੁਸਤਕਾਂ ਲਿਖੀਆਂ ਨੇ। ਇਸ ਤੋਂ ਬਾਅਦ ਜਿਹੜਾ ਬੁੱਧੀਜ਼ਮ ਵਾਲਿਆਂ ਦਾ ਥਰਡ ਜਿਹੜਾ ਸੀਗਾ ਗ੍ਰੰਥ ਸੀਗਾ, ਉਹ ਸੀਗਾ ਅਭਿਧਮ ਪਿਟਕ। 3 ਪਿਟਕ ਲਿਖੇ ਹੋਏ ਨੇ ਇਹਨਾਂ ਨੇ। ਪੰਜਾਬੀ 'ਚ ਇਹਨਾਂ ਨੂੰ ਪਿਟਾਰੇ ਬੋਲਦੇ ਆ, ਸ਼ਾਇਦ ਕੁਛ ਹੋਰ ਬੋਲਦੇ ਹੋਣ। ਇਸ ਤੋਂ ਬਾਅਦ ਇਹ ਜਿਹੜੀਆਂ ਪੁਸਤਕਾਂ ਨੇ, ਜਿਹੜੀਆਂ ਉਹ ਸਮਾਜ ਦੀ ਜਿਹੜੀਆਂ ਜਿਹੜੀਆਂ ਆਪਾਂ ਕਹਿੰਦੇ ਨੇ ਉਸ ਟਾਈਮ ਦੀਆਂ, ਜਿਵੇਂ ਤਤਕਾਲੀਨ ਉਹ ਘਟਨਾਵਾਂ ਬਾਰੇ ਦੱਸਦੀਆਂ ਨੇ। ਉਸ ਸਮੇਂ ਦੇ ਸਮਾਜ ਬਾਰੇ ਵੀ ਸਾਨੂੰ ਜਾਣਕਾਰੀ ਦਿੰਦੀਆਂ ਨੇ। ਲੋਕ ਕਿਸ ਤਰ੍ਹਾਂ ਰਹਿੰਦੇ ਸੀ, ਮਤਲਬ ਉਹਨਾਂ ਦੇ ਕਿਸ ਤਰ੍ਹਾਂ ਦੇ ਰੀਤੀ ਰਿਵਾਜ ਸੀ, ਸਭ ਕੁਝ ਉਹਨਾਂ ਦੇ ਬਾਰੇ ਵਿੱਚ ਪਤਾ ਲੱਗਦਾ ਹੈ ਉਸ ਟਾਈਮ ਦੇ ਬਾਰੇ ਵਿੱਚ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜੀਆਂ ਦਿਖ ਰਹੇ ਚੰਗੀ ਤਰ੍ਹਾਂ। ਇਸ ਤੋਂ ਬਾਅਦ ਉਹਨਾਂ ਨੇ ਗੱਲ ਕੀਤੀ ਹੈ ਕਿ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਮਤਲਬ ਲਿਖੀਆਂ ਗਈਆਂ ਪੁਸਤਕਾਂ, ਜਿਨ੍ਹਾਂ ਵਿੱਚ ਧਾਰਮਿਕ ਸ਼ਾਸਤਰ, ਜਿਨ੍ਹਾਂ ਵਿੱਚ ਮੇਨਲੀ ਜਿਹੜੀਆਂ ਸਮ੍ਰਿਤੀਜ਼ ਆ ਜਾਂਦੀਆਂ ਨੇ, ਸਮ੍ਰਿਤੀਆਂ ਆਉਂਦੀਆਂ ਨੇ। ਉਹਨਾਂ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਸਮ੍ਰਿਤੀ ਹੈਗੀ ਹੈ, ਇੰਪੋਰਟੈਂਟ ਜਿਹੜੀ ਹੈਗੀ ਹੈ, ਉਹ ਹੈਗੀ ਮਨੂ ਸਮ੍ਰਿਤੀ। ਇਸ ਤੋਂ ਬਾਅਦ ਆਈ ਥਿੰਕ ਇਹਨਾਂ ਦੀ ਸੰਖਿਆ ਜਿਹੜੀ ਉਹ 5 ਜਾਂ 6 ਹੈ ਆਈ ਥਿੰਕ। ਇਹਦੇ ਵਿੱਚ ਮਨੂ ਸਮ੍ਰਿਤੀ ਸਭ ਤੋਂ ਮੇਨ ਹੈ। ਉਸ ਤੋਂ ਬਾਅਦ ਵਿਸ਼ਨੂੰ ਸਮ੍ਰਿਤੀ ਹੈ, ਨਾਰਦ ਸਮ੍ਰਿਤੀ ਹੈ, ਉਸ ਤੋਂ ਬਾਅਦ ਪ੍ਰਾਸ਼ਰ ਸਮ੍ਰਿਤੀ ਵੀ ਹੈਗੀ ਹੈ। ਅਤੇ ਇਹਨਾਂ ਵਿੱਚ ਜਿਹੜੀਆਂ ਉਸ ਟਾਈਮ ਦੇ ਲੋਕਾਂ ਦੇ ਲਾਈਫ ਨਾਲ ਰਿਲੇਟਡ ਜਿਹੜੇ ਰੂਲਸ ਸੀਗੇ ਉਹ ਦਿੱਤੇ ਗਏ ਸੀ ਇਹਦੇ ਵਿੱਚ। ਇਸ ਤੋਂ ਬਾਅਦ ਜਿਹੜੀਆਂ ਸ਼ਾਸਨ ਨਾਲ ਸੰਬੰਧਿਤ ਗ੍ਰੰਥ ਲਿਖਿਆ ਗਿਆ ਸੀ, ਅਰਥ ਸ਼ਾਸਤਰ, ਜਿਸ ਦੀ ਰਚਨਾ ਕੀਤੀ ਗਈ ਸੀ ਕੌਟਿਲਿਆ ਦੁਆਰਾ। ਕੌਟਿਲਿਆ ਨੂੰ ਚਾਣਕਿਆ ਜਾਂ ਵਿਸ਼ਨੂਗੁਪਤ ਵੀ ਬੋਲਿਆ ਜਾਂਦਾ ਹੈ। ਅਤੇ ਇਹਨਾਂ ਨੇ ਜਿਹੜੀ ਅਰਥ ਸ਼ਾਸਤਰ ਦੀ ਰਚਨਾ ਕੀਤੀ ਹੈ, ਉਸ ਟਾਈਮ ਦੀ ਜਿਹੜੀ ਸ਼ਾਸਨ ਸੀਗਾ ਕਿ ਰਾਜੇ ਨੂੰ ਕਿਸ ਤਰ੍ਹਾਂ ਨਾਲ ਰੂਲ ਕਰਨਾ ਚਾਹੀਦਾ ਹੈ, ਮਤਲਬ ਕਿਸ ਤਰ੍ਹਾਂ ਸ਼ਾਸਨ ਚਲਾਉਣਾ ਚਾਹੀਦਾ ਹੈ ਰਾਜੇ ਨੂੰ, ਉਹਦੇ ਵਿੱਚ ਟੋਟਲੀ ਉਹਦੇ ਬਾਰੇ ਐਕਸਪਲੇਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਸ਼ ਰਾਈਟਰ ਹੋਇਆ ਹੈ। ਉਸ ਤੋਂ ਬਾਅਦ ਕਾਲੀਦਾਸ ਹੋਇਆ ਹੈ। ਕਾਲੀਦਾਸ ਬਾਰੇ ਤਾਂ ਆਪਾਂ ਸਾਰੇ ਜਾਣਦੇ ਹਾਂ। ਅਤੇ ਉਹਨਾਂ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਰਚਨਾਵਾਂ ਲਿਖੀਆਂ ਨੇ, ਜਿਨ੍ਹਾਂ ਵਿੱਚ ਅਭਿਧਮ ਸ਼ਕੁੰਤਲਮ ਵਗੈਰਾ, ਉਹਨਾਂ ਦੇ ਕਾਫੀ ਨਾਟਕ ਵੀ ਲਿਖੇ ਗਏ ਨੇ। ਅਤੇ ਉਹਨਾਂ ਵਿੱਚ ਮਤਲਬ ਪੋਇਟਰੀ ਵੀ ਆਈ ਥਿੰਕ ਹੈਗੀ ਹੈ, ਲਿਖੀ ਗਈ ਹੈ ਕਾਲੀਦਾਸ ਦੁਆਰਾ। ਕਾਫੀ ਉਹਨਾਂ ਨੇ ਮਤਲਬ ਉਸ ਟਾਈਮ ਦੇ ਬਾਰੇ ਵਿੱਚ ਕਾਫੀ ਕੁਛ ਦੱਸਿਆ ਹੈ ਆਪਣੀਆਂ ਰਚਨਾਵਾਂ ਦੇ ਰਾਹੀਂ। ਇਹਨਾਂ ਨੇ ਦੱਸਿਆ ਕਿ ਜਿਹੜੀ ਕਹਾਣੀ ਲਿਖਣ ਦਾ ਜਿਹੜਾ ਆਰੰਭ ਹੈ ਉਹ ਭਾਰਤ ਵਿੱਚ ਹੀ ਹੋਇਆ ਹੈ। ਇੱਥੇ ਬਹੁਤ ਸਾਰੀਆਂ ਲਿਖੀਆਂ ਗਈਆਂ ਨੇ ਕਹਾਣੀਆਂ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਆਰਿਆ ਭੱਟ ਦੇ ਬਾਰੇ ਵਿੱਚ ਅਤੇ ਵਾਰਾਮੀਰ ਦੇ ਬਾਰੇ ਵਿੱਚ। ਇਹ ਜਿਹੜੇ ਸਾਇੰਟਿਸਟ ਹੋਏ ਨੇ ਇੰਡੀਆ ਦੇ, ਅਤੇ ਇਹਨਾਂ ਨੇ ਜਿਹੜੀਆਂ ਬੁੱਕਸ ਲਿਖੀਆਂ ਨੇ ਉਹ ਜਿਹੜੀਆਂ ਸਾਇੰਸ ਦੇ ਅਤੇ ਵਿਗਿਆਨ ਅਤੇ ਗਣਿਤ ਦੇ ਉੱਪਰ ਲਿਖੀਆਂ ਗਈਆਂ। ਇਸ ਮਾਮਲੇ ਜਿਹੜੇ ਇੰਡੀਅਨ ਸੀਗੇ ਉਹ ਦੂਸਰੇ ਦੇਸ਼ਾਂ ਦੇ ਨਾਲੋਂ ਕਾਫੀ ਅੱਗੇ ਸੀਗੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜੇ ਪੁਰਾਤੱਤਵ ਸਰੋਤ ਹੁੰਦੇ ਨੇ, ਜਿਨ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਵੀ ਖੁਦਾਈ ਕੀਤੀ ਗਈ ਹੈ, ਜਾਂ ਫਿਰ ਵੈਸੇ ਜਿਨ੍ਹਾਂ ਦੇ ਖੰਡਰ ਪ੍ਰਾਪਤ ਹੋਏ ਨੇ, ਉਹਨਾਂ ਦੀ ਆਪਾਂ ਗੱਲ ਕਰਦੇ ਹਾਂ। ਪੁਰਾਤੱਤਵ ਸਰੋਤਾਂ ਵਿੱਚ ਹੈਗੀਆਂ ਨੇ ਪੁਰਾਤਨ ਇਮਾਰਤਾਂ ਦੀ ਗੱਲ ਕੀਤੀ ਗਈ ਹੈ। ਫਿਰ ਉੱਥੋਂ ਦੇ ਜਿਹੜੇ ਖੁਦਾਈਆਂ ਟਾਈਮ ਜਿਹੜੇ ਬਰਤਨ ਵਗੈਰਾ ਮਿਲੇ ਨੇ, ਉਹਨਾਂ ਦੀ ਗੱਲ ਕਰ ਸਕਦੇ ਹਾਂ। ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਜਿਹੜਾ ਮਤਲਬ ਆਪਾਂ ਗੱਲ ਕਰਦੇ ਹਾਂ ਬਰਤਨ ਵਗੈਰਾ ਤਾਂ ਹੋ ਗਏ। ਬਾਕੀ ਉਹਨਾਂ ਦੇ ਨਾਲ ਜਿਹੜੀਆਂ ਲੇਡੀਜ਼ ਆਪਣੇ ਮਤਲਬ ਮਟੀਰੀਅਲ ਵਗੈਰਾ ਯੂਜ਼ ਕਰਦੀਆਂ ਸੀਗੀਆਂ, ਮੇਕਅਪ ਵਗੈਰਾ ਕਰਦੀਆਂ ਸੀ, ਕਾਫੀ ਮਤਲਬ ਮਟੀਰੀਅਲ ਜਿਹੜਾ ਮਿਲਿਆ ਹੈ ਉੱਥੋਂ ਖੁਦਾਈਆਂ ਦੇ ਟਾਈਮ 'ਤੇ। ਉਹਨਾਂ ਤੋਂ ਵੀ ਆਪਾਂ ਉਸ ਚੀਜ਼ ਨੂੰ ਜੱਜ ਕਰ ਸਕਦੇ ਹਾਂ ਕਿ ਉਹ ਕਿੰਨੇ ਕੁ ਡਿਵੈਲਪ ਸੀਗੇ ਉਸ ਟਾਈਮ 'ਤੇ। ਇਸ ਤੋਂ ਬਾਅਦ ਸਿੱਕੇ ਮਿਲੇ ਆ, ਪ੍ਰਾਚੀਨ ਅਭਿਲੇਖਨ ਵੀ ਇਹਦੇ ਵਿੱਚ ਜਿਹੜੇ ਆਉਂਦੇ ਆ। ਅਤੇ ਇਹਦੇ ਵਿੱਚ ਜਿਹੜਾ ਮੇਨਲੀ ਚੀਜ਼ਾਂ ਜਿਨ੍ਹਾਂ ਦੀ ਆਪਾਂ ਗੱਲ ਕਰ ਸਕਦੇ ਹਾਂ ਖੁਦਾਈਆਂ ਕੀਤੀਆਂ ਗਈਆਂ, ਜਿਹੜਾ ਮੇਕਅਪ ਵਾਲੇ ਮਟੀਰੀਅਲ ਦੀ ਗੱਲ ਕੀਤੀ ਹੈ ਜਿਹੜੀ, ਉਹ ਸਿੱਧੂ ਘਾਟੀ ਤੋਂ ਮਿਲੇ ਮੇਨਲੀ। ਅਤੇ ਇਹਦੇ ਵਿੱਚ ਇੱਕ ਸ਼ਹਿਰ ਹੋਇਆ ਹੈ ਜਿਹਨੂੰ ਉਸ ਟਾਈਮ 'ਤੇ ਆਪਾਂ ਕਹਿ ਸਕਦੇ ਹਾਂ ਵੀ ਬਿਊਟੀ ਪਾਰਲਰ ਦਾ ਮੇਨ ਕਹਿ ਸਕਦੇ ਹਾਂ ਵੀ ਬਿਊਟੀ ਪਾਰਲਰ ਦੇ ਨਾਲ ਰਿਲੇਟਡ ਕਾਫੀ ਸਮਾਨ ਮਿਲੇ ਨੇ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਪੁਰਾਤੱਤਵ ਵਿਗਿਆਨੀਆਂ ਦੀ। ਪੁਰਾਤੱਤਵ ਵਿਗਿਆਨੀ ਕਿਹੜੇ ਹੁੰਦੇ ਨੇ? ਜਿਹੜਾ ਪੁਰਾਤੱਤਵ ਸਰੋਤਾਂ ਦੀ ਜਿਹੜੀ ਖੋਜ ਕਰਦੇ ਨੇ, ਅਧਿਐਨ ਕਰਦੇ ਨੇ। ਉਹਨਾਂ ਨੂੰ ਜਿਹੜੇ ਮਤਲਬ ਆਪਾਂ ਕਹਿ ਸਕਦੇ ਹਾਂ ਜਿਵੇਂ ਕੋਈ ਜਗ੍ਹਾ ਮਿਲੀ ਹੈ, ਉਹਦੇ ਬਾਰੇ ਉਹ ਪੂਰੀ ਤਰ੍ਹਾਂ ਐਕਸਪਲੇਨ ਕਰਦੇ ਨੇ ਆਪਾਂ ਨੂੰ। ਜਿਹੜਾ ਆਪਾਂ ਸਿੱਧੂ ਘਾਟੀ ਦੇ ਬਾਰੇ ਵਿੱਚ ਪੜ੍ਹਦੇ ਹਾਂ, ਉਹ ਸਿਰਫ ਇਹਨਾਂ ਦੀ ਦੇਣ ਹੈ ਕਿ ਆਪਾਂ ਉਹਨੂੰ ਪੜ੍ਹ ਰਹੇ ਹਾਂ। ਉਹਨਾਂ ਦਾ ਪੂਰੀ ਤਰ੍ਹਾਂ ਨਾਲ ਅਧਿਐਨ ਕਰਦੇ ਆ, ਉਹਦੇ ਤੋਂ ਆਪਾਂ ਮਤਲਬ ਇਸ ਚੀਜ਼ ਨੂੰ ਜਾਣਦੇ ਹਾਂ। ਠੀਕ ਹੈ। ਇਸ ਤੋਂ ਬਾਅਦ ਹੈਗਾ ਸਿੱਕੇ। ਸਿੱਕੇ ਜਿਹੜੇ ਨੇ ਉਹ ਤਾਂਬੇ ਦੇ ਵੀ ਮਿਲੇ ਨੇ, ਚਾਂਦੀ ਦੇ ਵੀ ਮਿਲੇ ਨੇ, ਕਾਂਸੇ ਅਤੇ ਸੋਨੇ ਦੇ ਵੀ ਮਿਲੇ ਨੇ। ਅਤੇ
ਉਸ ਤੋਂ ਬਾਅਦ ਜਿਹੜੇ ਸਿੱਕੇ ਆ ਉਹਨਾਂ ਦੇ ਉੱਪਰ ਰਾਜਿਆਂ ਦੇ ਚਿੱਤਰ ਬਣੇ ਹੋਏ ਨੇ। ਅਨੇਕਾਂ ਜਾਨਵਰ ਜਿਵੇਂ ਜਾਨਵਰਾਂ ਦੇ ਚਿੱਤਰ ਵੀ ਮਿਲੇ ਨੇ ਕਈਆਂ ਤੋਂ। ਫਿਰ ਧਾਰਮਿਕ ਚਿੰਨ੍ਹ ਵੀ ਮਿਲੇ ਨੇ। ਸਿੱਕਾ ਜਾਰੀ ਕਰਨ ਵਾਲੇ ਦਾ ਨਾਮ, ਜਿਵੇਂ ਮਤਲਬ ਆਪ ਕਹਿ ਸਕਦੇ ਹਾਂ ਕਿਸੇ ਰਾਜੇ ਨੇ ਜਿਵੇਂ ਬਣਾਇਆ ਹੈ, ਉਸ ਵਿੱਚ ਉਹਦੇ ਰਾਜੇ ਦੀ ਮਤਲਬ ਉਹਦੀ ਸ਼ਕਲ ਬਣਾਈ ਜਾਂਦੀ ਸੀ ਉਸ ਟਾਈਮ 'ਤੇ, ਜਿਹੜੇ ਵੀ ਰਾਜੇ ਨੇ ਬਣਾਇਆ ਹੁੰਦਾ ਸੀ ਉਸ ਸਿੱਕੇ ਨੂੰ। ਅਤੇ ਉਹਦੇ ਨਾਲ ਨਾਲ ਜਿਹੜਾ ਟਾਈਮ ਵੀ ਦਿੱਤਾ ਗਿਆ, ਮਿਤੀਆਂ ਵੀ ਉਹਦੇ ਵਿੱਚ ਸੌਰੀ ਟਾਈਮ ਨਹੀਂ, ਮਤਲਬ ਡੇਟਸ ਵਗੈਰਾ ਦਿੱਤੀਆਂ ਗਈਆਂ ਨੇ, ਜਿਵੇਂ ਅੱਜ ਵੀ ਹੁੰਦੀਆਂ, ਅੱਜ ਕੱਲ੍ਹ ਵੀ ਹੈਗੀਆਂ ਨੇ। ਮਤਲਬ ਚਲੋ ਆਪਾਂ ਕਹਿ ਰਹੇ ਹਾਂ ਵੀ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਚੁੱਕੀ ਆ, ਅਤੇ ਤਾਂ ਕਰਕੇ ਮਤਲਬ ਉਹ ਦਿੱਤੇ ਜਾਂਦੇ ਨੇ, ਪਰ ਉਸ ਟਾਈਮ 'ਤੇ ਵੀ ਦਿੱਤੀਆਂ ਜਾਂਦੀਆਂ ਸੀ ਡੇਟਸ ਵਗੈਰਾ, ਜਿਨ੍ਹਾਂ ਤੋਂ ਆਪਾਂ ਉਸ ਟਾਈਮ ਦੇ ਰਾਜਿਆਂ ਦੇ ਜਿਹੜਾ ਟਾਈਮ ਪੀਰੀਅਡ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਹੈਗੀ ਆ। ਰਾਜਿਆਂ ਦੇ ਵੰਸ਼ ਬਾਰੇ ਵੀ ਪਤਾ ਚੱਲਦਾ ਹੈ, ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਵੀ ਆਪਾਂ ਨੂੰ ਕਾਫੀ ਜਾਣਕਾਰੀ ਮਿਲਦੀ ਆ। ਅਤੇ ਜਿਹੜੇ ਇਹ ਸਿੱਕੇ ਸੀਗੇ ਲੈਣ ਦੇਣ ਦਾ ਸਾਧਨ ਸੀ, ਜਿਹੜਾ ਮਤਲਬ ਖਰੀਦਣ ਵੇਚਣ ਦਾ, ਜਿਵੇਂ ਅੱਜ ਕੱਲ੍ਹ ਵੀ ਮਤਲਬ ਪੈਸੇ ਦੁਆਰਾ ਹੁੰਦਾ ਹੈ, ਉਸ ਟਾਈਮ 'ਤੇ ਵੀ ਇੱਦਾਂ ਹੀ ਹੁੰਦਾ ਸੀ। ਇਸ ਤੋਂ ਬਾਅਦ ਗੱਲ ਕਰਾਂਗੇ ਸਮਾਰਕ। ਸਮਾਰਕ ਜਿਹੜੇ ਹੈਗੇ ਨੇ ਉਹਨਾਂ ਵਿੱਚ ਸਤੰਭ, ਕਿਲ੍ਹੇ, ਮਹਿਲ ਜਿਹੜੇ ਦੇਖਣ ਨੂੰ ਮਿਲਦੇ ਆ, ਜੋ ਜਿਹੜਾ ਕਾਫੀ ਟਾਈਮ, ਜਿਵੇਂ ਹਜ਼ਾਰਾਂ ਸਾਲਾਂ ਪਹਿਲਾਂ ਹੀ